किताब तूफाना दा शाह असवार शहीद करतार सिंह सराभा। लेखक सरदार अजमेर सिंह। भाग 16वां। आवाज़ भाई गुरजंट सिंह रूपोवाली। खालसा कालज ਅੰਮ੍ਰਿਤਸਰ ਦਾ ਮਸਲਾ ਅਤੇ ਸਾਹਿਤਕ ਬਿੰਬਾਂ ਤੇ ਰੂਪਕਾਂ ਦੀ ਮਹੱਤਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਦੇ ਪਤਵੰਤਿਆਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਦੂਰ ਰਸ ਕੌਮੀ ਮਨੋਰਥਾਂ ਨੂੰ ਪ੍ਰਮੁੱਖ ਰੱਖ ਕੇ ਕੀਤੀ ਸੀ। ਉਹਨਾਂ ਨੇ ਪੱਛਮੀ ਵਿਦਿਆ ਦੇ ਸਿੱਖ ਮਨਾਂ ਉੱਤੇ ਪੈਣ ਵਾਲੇ ਦੁਸ਼ ਪ੍ਰਭਾਵਾਂ ਨੂੰ ਠੀਕ ਬੁੱਝ ਲਿਆ ਸੀ। ਪਟਿਆਲਾ ਰਿਆਸਤ ਦੇ ਹੋਮ ਮਿਨਿਸਟਰ ਸਰ ਜੋਗਿੰਦਰ ਸਿੰਘ ਨੇ ਸਿੱਖਾਂ ਨੂੰ ਪੱਛਮੀ ਵਿਦਿਆ ਦੇ ਵਿਨਾਸ਼ਕਾਰੀ ਪ੍ਰਭਾਵਾਂ ਤੋਂ ਸੁਚੇਤ ਕਰਦਿਆਂ ਆਪਣੇ ਧਰਮ ਤੇ ਸੱਭਿਆਚਾਰ ਦੀ ਰੱਖਿਆ ਕਰਨ ਲਈ ਢੁਕਵੀਂ ਸਿੱਖਿਆ ਪ੍ਰਣਾਲੀ ਅਪਣਾਉਣ ਦੀ ਅਹਿਮੀਅਤ ਤੇ ਲੋੜ ਇੰਜ ਦਰਸਾਈ ਸੀ। ਪੱਛਮੀ ਵਿਚਾਰਾਂ ਨਾਲ ਵਾਹ ਵਾਸਤੇ ਨੇ ਉਚੇਰੀ ਵਿਦਿਆ ਦੇ ਪ੍ਰਮੁੱਖ ਨਤੀਜੇ ਕਰਕੇ ਧਰਮ ਨੂੰ ਭਾਰੀ ਸੱਟ ਮਾਰੀ ਹੈ ਅਤੇ ਵਿਸ਼ਵਾਸ ਦੀ ਬੁਨਿਆਦ ਪੋਲੀ ਕਰ ਦਿੱਤੀ ਹੈ। ਪੜ੍ਹੇ ਲਿਖੇ ਹਿੰਦੁਸਤਾਨੀ ਨੂੰ ਟਕਰਾਵੇਂ ਆਦਰਸ਼ਾਂ ਨਾਲ ਜੂਝਣਾ ਪੈਂਦਾ ਹੈ। ਉਸ ਦੀ ਜ਼ਿੰਦਗੀ ਤੇ ਮਾਂ ਜਿਹੜੇ ਵਿਸ਼ਵਾਸਾਂ ਉੱਤੇ ਖੜੀ ਹੁੰਦੀ ਹੈ ਉਸ ਨੂੰ ਉਹ ਅੰਧ ਵਿਸ਼ਵਾਸ ਸਮਝਣ ਲੱਗ ਪੈਂਦਾ ਹੈ। ਜਿਹੜੇ ਬੱਚਿਆਂ ਦੀ ਪਾਲਣਾ ਪੋਸ਼ਣਾ ਵਿਚਾਰਾਂ ਦੇ ਇਸ ਟਕਰਾਵੇਂ ਵਹਿਣਾਂ ਦੇ ਪ੍ਰਭਾਵ ਹੇਠ ਹੁੰਦੀ ਹੈ ਉਹ ਅਕਸਰ ਜਵਾਨ ਹੁੰਦਿਆਂ ਧਾਰਮਿਕ ਵਿਸ਼ਵਾਸਾਂ ਤੋਂ ਵਿਰਵੇ ਹੋ ਜਾਂਦੇ ਹਨ। ਮੈਂ ਮੰਨਦਾ ਹਾਂ ਕਿ ਸਾਨੂੰ ਸਕੂਲਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਧਾਰਮਿਕ ਵਿਦਿਆ ਪ੍ਰਦਾਨ ਕਰਨੀ ਚਾਹੀਦੀ ਹੈ, ਪਰ ਇਹ ਪ੍ਰਮਾਣਿਤ ਹਕੀਕਤ ਹੈ ਕਿ ਸਕੂਲ ਜਾਣ ਤੋਂ ਪਹਿਲਾਂ ਹੀ ਬੱਚਾ ਅਸਲੀ ਵਿਦਿਆ ਗ੍ਰਹਿਣ ਕਰ ਚੁੱਕਾ ਹੁੰਦਾ ਹੈ ਕਿ ਮਾਂ ਹੀ ਹੈ ਜਿਹੜੀ ਬਾਲ ਮਨ ਦੇ ਅੰਦਰ ਅਨੇਕ ਆਦਰਸ਼ਾਂ ਦੀ ਜਾਗ ਲਗਾ ਸਕਦੀ ਹੈ ਤੇ ਬਾਲ ਮਨ ਨੂੰ ਧਰਮ ਦੀ ਮਜ਼ਬੂਤੀ ਤੇ ਸ਼ਰਧਾ ਨਾਲ ਸਰਸ਼ਾਰ ਕਰ ਸਕਦੀ ਹੈ, ਜਿਹੜੀ ਫਿਰ ਹਮੇਸ਼ਾ ਕਾਇਮ ਰਹਿੰਦੀ ਹੈ। ਮੇਰੀ ਇਹ ਪੱਕੀ ਧਾਰਨਾ ਹੈ ਕਿ ਭਾਰਤ ਦੀਆਂ ਔਰਤਾਂ ਦੀ ਠੀਕ ਲੀਹਾਂ ਉੱਤੇ ਵਿਦਿਆ ਅੰਦਰ ਹੀ ਭਾਰਤੀਆਂ ਲਈ ਪ੍ਰਸੰਨ ਕੁਦਰਤੀ ਜੀਵਨ ਦੀ ਉਮੀਦ ਛੁਪੀ ਹੋਈ ਹੈ। ਭਾਰਤ ਦੀਆਂ ਔਰਤਾਂ ਦੀ ਵਿਦਿਆ ਦੀ ਸਕੀਮ ਪੂਰਬ ਦੇ ਸ਼ੁੱਧ ਤੇ ਸੁਤੰਤਰ ਰੂਪ ਵਿੱਚ ਆਦਰਸ਼ਾਂ ਦੇ ਅਨੁਕੂਲ ਘੜੀ ਜਾਣੀ ਚਾਹੀਦੀ ਹੈ। ਪ੍ਰੋਫੈਸਰ ਤੇਜਾ ਸਿੰਘ ਜੀ ਨੇ ਵੀ ਆਪਣਾ ਠੋਸ ਤਜਰਬਾ ਸਾਂਝਿਆਂ ਕਰਦਿਆਂ ਸਿੱਖ ਜਗਤ ਨੂੰ ਪੱਛਮੀ ਵਿਦਿਆ ਦੇ ਮਾਰੂ ਪ੍ਰਭਾਵਾਂ ਤੋਂ ਇਹਨਾਂ ਸ਼ਬਦਾਂ ਵਿੱਚ ਸੁਚੇਤ ਕੀਤਾ ਸੀ। ਗੌਰਮੈਂਟ ਕਾਲਜ ਦੇ ਤੇ ਬਾਕੀ ਜੀਵਨ ਦੇ ਤਜਰਬੇ ਤੋਂ ਦਾਸ ਨੇ ਇਹ ਤੱਤ ਕੱਢਿਆ ਕਿ ਮਗਰਬੀ ਪੱਛਮੀ ਮਾਦਾ ਪ੍ਰਸਤ ਵਿਦਿਆ ਇਨਸਾਨ ਦੇ ਧਾਰਮਿਕ ਜੀਵਨ ਵਾਸਤੇ ਕੱਚਾ ਸੰਖੀਆ ਹੈ, ਪਰ ਜੇਕਰ ਇਸ ਨਾਲ ਸਤਸੰਗ ਤੇ ਆਤਮਿਕ ਵਿਚਾਰਾਂ ਰਲ ਜਾਵੇ ਤਾਂ ਸੰਖੀਆ ਮਰ ਜਾਂਦਾ ਹੈ। ਕੱਚਾ ਸੰਖੀਆ ਜੀਵਨ ਲਈ ਜ਼ਹਿਰ ਕਾਤਲ ਹੈ ਤੇ ਮਾਰਿਆ ਹੋਇਆ ਸੰਖੀਆ ਇਸ ਨੂੰ ਤਾਕਤ ਦਿੰਦਾ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬਰਤਾਨਵੀ ਹਾਕਮਾਂ ਨੇ ਭਾਰਤ ਅੰਦਰ ਆਪਣੀ ਸਿੱਖਿਆ ਨੀਤੀ ਦੇ ਅਸਲੀ ਉਦੇਸ਼ਾਂ ਬਾਰੇ ਕਦੇ ਵੀ ਓਹਲਾ ਨਹੀਂ ਰਹਿਣ ਦਿੱਤਾ ਸੀ। ਸੰਨ 1823 ਵਿੱਚ ਬੰਬਈ ਦੇ ਪਹਿਲੇ ਗਵਰਨਰ ਐਲਫਿੰਸਟਨ ਨੇ ਬੇਬਾਕ ਚਿੰਤਨਸ਼ੀਲ ਲਹਿਜੇ ਵਿੱਚ ਕਿਹਾ ਸੀ ਕਿ ਜਿਹੜਾ ਖਤਰਾ ਸਾਨੂੰ ਹਿੰਦੁਸਤਾਨੀਆਂ ਦੇ ਨਾਜ਼ੁਕ ਮਜ਼ਹਬੀ ਖਿਆਲਾਂ ਕਰਕੇ, ਆਪਣੀ ਹਕੂਮਤ ਦੀ ਬੁਨਿਆਦ ਤਿਲਕਦੀ ਹੋਣ ਕਰਕੇ ਅਤੇ ਸਾਡੇ ਤੇ ਸਾਡੀ ਪ੍ਰਜਾ ਦੇ ਵਿਚਕਾਰ ਭਾਰੀ ਵਿੱਥ ਹੋਣ ਕਰਕੇ ਹੈ, ਉਸ ਦੇ ਦੂਰ ਕਰਨ ਦਾ ਵਸੀਲਾ ਸੋਚੀਏ ਤੇ ਉਸ ਪਰ ਅਮਲ ਕਰੀਏ। ਇਸ ਦਾ ਇੱਕੋ ਇੱਕ ਇਲਾਜ ਇਹ ਹੈ ਕਿ ਇਹਨਾਂ ਦੇ ਪੱਖਪਾਤ ਵਿਰੋਧ ਨੂੰ ਦੂਰ ਕਰੀਏ ਤੇ ਸਕੂਲ ਤਾਲੀਮ ਦੇ ਰਾਹੀਂ ਆਪਣੇ ਖਿਆਲ ਤੇ ਅਸੂਲ ਇਹਨਾਂ ਵਿੱਚ ਫੈਲਾਈਏ। ਇਸੇ ਹੀ ਤਰ੍ਹਾਂ ਸਰ ਚਾਰਲਸ ਟੈਰਵਿਲਨ ਨੇ 1853 ਵਿੱਚ ਹਾਊਸ ਆਫ ਲਾਰਡਜ਼ ਨੂੰ ਸੰਬੋਧਨ ਕਰਦਿਆਂ ਕੁਝ ਮੈਂਬਰਾਂ ਵੱਲੋਂ ਬਰਤਾਨਵੀ ਸਰਕਾਰ ਦੀ ਭਾਰਤ ਅੰਦਰ ਸਿੱਖਿਆ ਨੀਤੀ ਬਾਰੇ ਪ੍ਰਗਟਾਏ ਸ਼ੰਕਿਆਂ ਦਾ ਜਵਾਬ ਦਿੰਦੇ ਹੋਏ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਹਿੰਦੂ ਮਜ਼ਹਬ ਦੇ ਪੈਰੋਕਾਰਾਂ ਨਾਲ ਕੋਈ ਮੁਨਾਸਬ ਜਾਂ ਨਾਰਾਜ਼ਗੀ ਪੈਦਾ ਕਰਨ ਵਾਲੀ ਲੜਾਈ ਨਹੀਂ, ਸਗੋਂ ਹਿੰਦੂਆਂ ਨੂੰ ਬਿਲਕੁਲ ਇੱਕ ਨਵੀਂ ਕੁੰਜੀ ਦੇਣੀ ਚਾਹੁੰਦੇ ਹਾਂ ਜੋ ਉਹਨਾਂ ਵਾਸਤੇ ਇੱਕ ਵਧੀਆ ਗਿਆਨ ਦਾ ਦਰਵਾਜ਼ਾ ਖੋਲ੍ਹ ਦੇਵੇਗੀ। ਇਸ ਨਵੇਂ ਸਿਸਟਮ ਦੇ ਜਾਰੀ ਕਰਨ ਦਾ ਪਹਿਲਾ ਅਸਰ ਇਹ ਹੋਵੇਗਾ ਕਿ ਉਹਨਾਂ ਦੇ ਦਿਲਾਂ ਉੱਤੇ ਪੁਰਾਣੇ ਸਿਸਟਮ ਦਾ ਅਸਰ ਉੱਠ ਜਾਵੇਗਾ। ਇੱਕ ਭਾਰੀ ਸੱਚਾਈ ਹੈ ਕਿ ਬਣ ਰਹੀ ਨਸਲ ਤੋਂ ਕੁਝ ਸਾਲਾਂ ਬਾਅਦ ਪੂਰੀ ਕੌਮ ਤਿਆਰ ਹੋ ਜਾਂਦੀ ਹੈ ਤੇ ਜੇ ਅਸੀਂ ਲੋਕਾਂ ਦੇ ਮਿਜਾਜ ਦੀ ਭਾਰੀ ਤਬਦੀਲੀ ਲਿਆਉਣੀ ਚਾਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਬਚਪਨ ਤੋਂ ਆਪਣੇ ਕਾਬੂ ਕਰੀਏ
ਤੇ ਉਹਨਾਂ ਨੂੰ ਉਸ ਕਿਸਮ ਦੀ ਸਿੱਖਿਆ ਦਈਏ ਜਿਸ ਤਰ੍ਹਾਂ ਦੀ ਸਾਨੂੰ ਪਸੰਦ ਹੋਵੇ। ਉਸ ਹਾਲਤ ਵਿੱਚ ਸਾਡਾ ਰੁਪਇਆ ਸਕਾਰਥਾ ਹੋਵੇਗਾ। ਸਾਨੂੰ ਕਿਸੇ ਪੱਖਪਾਤ ਵਿਰੋਧ ਦਾ ਟਾਕਰਾ ਨਹੀਂ ਕਰਨਾ ਪਵੇਗਾ। ਸਾਨੂੰ ਛੇਤੀ ਬਦਲੇ ਜਾਣ ਵਾਲੇ ਦਿਲਾਂ ਨਾਲ ਵਾਹ ਪਵੇਗਾ। ਇਸ ਤਰ੍ਹਾਂ ਕਾਬਲੀਅਤ ਵਾਲੇ ਨੌਜਵਾਨਾਂ ਦੀ ਅਸੀਂ ਇੱਕ ਜਮਾਤ ਪੈਦਾ ਕਰ ਲਵਾਂਗੇ, ਜਿਹੜੀ ਜਮਾਤ ਬਿਨਾਂ ਮਦਦ ਤੋਂ ਜਾਂ ਬਹੁਤ ਥੋੜੀ ਮਦਦ ਨਾਲ ਖੁਦ ਸਾਡੇ ਸਿਸਟਮ ਦਾ ਜ਼ੋਰ ਨਾਲ ਪ੍ਰਚਾਰ ਕਰੇਗੀ। 19ਵੀਂ ਸਦੀ ਦੀ ਆਖਰੀ ਚੌਥਾਈ ਵਿੱਚ ਭਾਰਤ ਦੇ ਤਿੰਨੇ ਹੀ ਪ੍ਰਮੁੱਖ ਧਾਰਮਿਕ ਭਾਈਚਾਰਿਆਂ ਦੇ ਸ੍ਰੇਸ਼ਟ ਵਰਗਾਂ ਅੰਦਰ ਪੱਛਮੀ ਸੱਭਿਅਤਾ ਦੇ ਬੇਰੋਕ ਫੈਲਾਅ ਨਾਲ ਉਹਨਾਂ ਦੇ ਰਵਾਇਤੀ ਵਿਸ਼ਵਾਸਾਂ ਤੇ ਕਦਰਾਂ ਕੀਮਤਾਂ ਨੂੰ ਲੱਗ ਰਹੀ ਢਾਹ ਬਾਰੇ ਗਹਿਰੀ ਚਿੰਤਾ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਅਤੇ ਉਹਨਾਂ ਨੇ ਇਸ ਦੀ ਰੋਕਥਾਮ ਕਰਨ ਲਈ ਆਪੋ ਆਪਣੇ ਮੂਲ ਵਿਸ਼ਵਾਸਾਂ ਤੇ ਮਾਨਤਾਵਾਂ ਅਨੁਸਾਰ ਲੋੜੀਂਦੇ ਉਪਾਅ ਕਰਨੇ ਆਰੰਭ ਕਰ ਦਿੱਤੇ ਸਨ। ਇਸ ਵਿੱਚੋਂ ਵੱਖ-ਵੱਖ ਧਾਰਮਿਕ ਵਰਗਾਂ ਵੱਲੋਂ ਆਪੋ ਆਪਣੇ ਸਕੂਲ ਤੇ ਕਾਲਜ ਚਾਲੂ ਕਰਨ ਦਾ ਅਮਲ ਆਰੰਭ ਹੋਇਆ। 1892 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖਾਲਸਾ ਕਾਲਜ ਦੀ ਸਥਾਪਨਾ ਇਸੇ ਹੀ ਸੰਦਰਭ ਵਿੱਚ ਹੋਈ ਸੀ। ਅੰਗਰੇਜ਼ ਹਕੂਮਤ ਨੇ ਸਿੱਖਾਂ ਤੋਂ ਬਿਨਾਂ ਹੋਰ ਕਿਸੇ ਵੀ ਧਾਰਮਿਕ ਭਾਈਚਾਰੇ ਦੇ ਨਾ ਧਰਮ ਅਸਥਾਨ ਤੇ ਨਾ ਹੀ ਵਿਦਿਆ ਦੇ ਅਸਥਾਨ ਵਿੱਚ ਕੋਈ ਦਖਲ ਅੰਦਾਜ਼ੀ ਕੀਤੀ, ਪਰ ਉਹਨਾਂ ਨੇ ਸਿੱਖਾਂ ਦੇ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਤੇ ਵਿਦਿਆ ਅਸਥਾਨ ਖਾਲਸਾ ਕਾਲਜ ਅੰਮ੍ਰਿਤਸਰ ਉੱਤੇ ਆਪਣਾ ਅਸਰਦਾਰ ਕੰਟਰੋਲ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕੀਤੇ। 1902 ਵਿੱਚ ਖਾਲਸਾ ਕਾਲਜ ਦਾ ਪ੍ਰਬੰਧ ਚਲਾਉਣ ਲਈ ਜਿਹੜੀ ਕਮੇਟੀ ਬਣਾਈ ਗਈ ਸੀ, ਉਸ ਵਿੱਚ ਸਿੱਖ ਹਤੈਸ਼ੀਆਂ ਦਾ ਪਲੜਾ ਭਾਰੂ ਸੀ। ਭਾਵੇਂ ਕਮੇਟੀ ਉੱਤੇ ਅੰਗਰੇਜ਼ੀ ਸਰਕਾਰ ਦਾ ਕੰਟਰੋਲ ਰੱਖਣ ਵਾਸਤੇ ਲਾਹੌਰ ਡਿਵੀਜ਼ਨ ਦੇ ਬਰਤਾਨਵੀ ਕਮਿਸ਼ਨਰ ਨੂੰ ਕਮੇਟੀ ਦਾ ਪ੍ਰਧਾਨ ਥਾਪ ਦਿੱਤਾ ਗਿਆ ਸੀ, ਪਰ ਕਮੇਟੀ ਦੇ ਸਕੱਤਰ ਸੁੰਦਰ ਸਿੰਘ ਮਜੀਠੀਆ ਸਨ ਅਤੇ ਦੂਸਰੇ ਸਿੱਖ ਮੈਂਬਰਾਂ ਦੇ ਮਿਲਵਰਤਨ ਨਾਲ ਸਿੱਖ ਹਿੱਤਾਂ ਦੀ ਯੋਗ ਪੈਰਵਾਈ ਕਰਦੇ ਸਨ। ਪਰ 1907 ਵਿੱਚ ਜਦੋਂ ਪੰਜਾਬ ਅੰਦਰ ਸਰਕਾਰ ਵਿਰੋਧੀ ਰਾਜਸੀ ਵਾਤਾਵਰਣ ਪੈਦਾ ਹੋ ਗਿਆ ਅਤੇ ਪੜ੍ਹੇ ਲਿਖੇ ਸਿੱਖ ਵਰਗ ਅੰਦਰ ਨਵੀਂ ਰਾਜਸੀ ਚੇਤਨਾ ਫੈਲਣ ਲੱਗੀ, ਤਾਂ ਅੰਗਰੇਜ਼ ਸਰਕਾਰ ਨੇ ਖਾਲਸਾ ਕਾਲਜ ਦੇ ਪ੍ਰਬੰਧ ਨੂੰ ਆਪਣੇ ਕੰਟਰੋਲ ਹੇਠ ਲੈਣ ਦਾ ਨਿਰਣਾ ਕਰ ਲਿਆ ਸੀ। ਇੱਕ ਸਿੱਖ ਇੰਜੀਨੀਅਰ ਸਰਦਾਰ ਧਰਮ ਸਿੰਘ ਸੇਵਾ ਭਾਵਨਾ ਨਾਲ ਬਿਨਾਂ ਤਨਖਾਹ ਲਏ ਕਾਲਜ ਦੀਆਂ ਇਮਾਰਤਾਂ ਦੀ ਉਸਾਰੀ ਦੇ ਕੰਮ ਦੀ ਨਿਗਰਾਨੀ ਕਰਦਾ ਸੀ। ਸਰਕਾਰ ਨੇ ਆਪਣੇ ਨਾਪਾਕ ਇਰਾਦਿਆਂ ਦੀ ਪੂਰਤੀ ਲਈ ਸਿੱਖ ਇੰਜੀਨੀਅਰ ਨੂੰ ਹਟਾ ਕੇ ਇੱਕ ਗੋਰੇ ਇੰਜੀਨੀਅਰ ਨੂੰ ਭਾਰੀ ਤਨਖਾਹ ਦੇ ਕੇ ਇਸ ਕੰਮ ਲਈ ਨਿਯਤ ਕਰ ਦਿੱਤਾ। ਇਹ ਹੁਕਮ ਲੈਫਟੀਨੈਂਟ ਗਵਰਨਰ ਵੱਲੋਂ ਜਾਰੀ ਕੀਤਾ ਗਿਆ ਸੀ। ਸਰਕਾਰ ਦੀ ਇਸ ਕਾਰਵਾਈ ਨੇ ਖਾਸ ਕਰਕੇ ਇੱਕ ਗੋਰੇ ਅਫਸਰ ਮੇਜਰ ਹਿੱਲ ਦੀ ਸੇਵਾ ਭਾਵਨਾ ਨਾਲ ਕੀਤੇ ਜਾਣ ਵਾਲੇ ਕੰਮ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਨੇ ਸਿੱਖ ਭਾਈਚਾਰੇ ਅੰਦਰ ਡਾਢਾ ਰੋਸ ਪੈਦਾ ਕਰ ਦਿੱਤਾ। ਮੇਜਰ ਹਿੱਲ ਨੇ ਕਿਹਾ ਸੀ ਕਿ ਸੇਵਾ ਭਾਵਨਾ ਨਾਲ ਕੰਮ ਕਰਨਾ ਬਕਵਾਸ ਹੈ। 75 ਦੇ ਲਗਭਗ ਸਿੱਖ ਸੰਸਥਾਵਾਂ ਨੇ ਗੋਰੇ ਅਫਸਰ ਦੀ ਇਸ ਟਿੱਪਣੀ ਦੇ ਖਿਲਾਫ ਰੋਸ ਜਤਾਉਂਦਿਆਂ ਮਤੇ ਪਾਏ। ਕਾਲਜ ਦੀ ਪ੍ਰਬੰਧਕ ਕਮੇਟੀ ਵਿੱਚ ਅੰਗਰੇਜ਼ਾਂ ਦੀ ਮੌਜੂਦਗੀ ਦਾ ਵਿਰੋਧ ਕਰਨ ਲਈ ਜ਼ੋਰਦਾਰ ਆਵਾਜ਼ਾਂ ਉੱਠਣ ਲੱਗੀਆਂ। ਇਸ ਨਾਲ ਕੇਂਦਰੀ ਖੁਫੀਆ ਡਾਇਰੈਕਟੋਰੇਟ ਨੂੰ, ਖਾਸ ਕਰਕੇ ਮਿਸਟਰ ਪੈਟਰੀ ਨੂੰ ਕਾਲਜ ਦੇ ਪ੍ਰਬੰਧਕਾਂ ਦੇ ਦਿਲੀ ਇਰਾਦਿਆਂ ਬਾਰੇ ਸ਼ੱਕ ਖੜਾ ਹੋ ਗਿਆ ਸੀ। 6 ਸਾਲਾਂ ਤੋਂ ਸਫਲਤਾ ਨਾਲ ਕੰਮ ਕਰਦੀ ਕਮੇਟੀ ਬਾਰੇ ਇਹ ਕਿਹਾ ਗਿਆ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਬਣਾਈ ਗਈ ਸੀ ਅਤੇ ਇਸ ਦੇ ਫੰਡ ਜਾਲੀ ਹਨ। ਅਜਿਹੇ ਬਹਾਨੇ ਘੜ ਕੇ 1908 ਵਿੱਚ ਸਰਕਾਰ ਨੇ ਅਮਲੀ ਰੂਪ ਵਿੱਚ ਖਾਲਸਾ ਕਾਲਜ ਦਾ ਪ੍ਰਬੰਧ ਕਮੇਟੀ ਪਾਸੋਂ ਖੋਹ ਕੇ ਕਮਿਸ਼ਨਰ ਤੇ ਉਸ ਦੇ ਨਾਮਜ਼ਦ ਗੁਰਬਖਸ਼ ਸਿੰਘ ਗਿਆਨੀ ਬਾਰ ਐਟ ਲਾ ਦੇ ਹਵਾਲੇ ਕਰ ਦਿੱਤਾ ਸੀ। ਉਸ ਸਮੇਂ ਭਾਰਤੀ ਫੌਜ ਦੇ ਕਮਾਂਡਰ ਇਨ ਚੀਫ O.M. ਕਰੈਗ ਨੇ ਸਿੱਖ ਮਸਲੇ ਬਾਰੇ ਵਾਇਸਰਾਏ ਚਾਰਲਸ ਹਾਰਡਿੰਗ ਨੂੰ ਯਾਦ ਪੱਤਰ ਦਿੱਤਾ, ਜਿਸ ਵਿੱਚ ਖਾਲਸਾ ਕਾਲਜ ਬਾਰੇ ਹੇਠ ਲਿਖੇ ਵਿਚਾਰ ਪ੍ਰਗਟਾਏ ਗਏ ਸਨ। ਸਰ ਜੇਮਜ਼ ਲਾਇਲ ਨੇ ਸਿੱਖ ਧਰਮ ਦੀ ਸਾਂਭ ਸੰਭਾਲ ਕਰਨ ਦੇ ਮੰਤਵ ਨਾਲ ਖਾਲਸਾ ਕਾਲਜ ਦੀ ਸਥਾਪਨਾ ਕੀਤੀ ਸੀ। ਸਰ ਚਾਰਲਸ ਰੀਵਜ਼ ਨੇ ਵੀ ਇਸੇ ਦਿਲੀ ਮਨੋਰਥ ਨਾਲ ਇਸ ਕਾਲਜ ਦਾ ਜ਼ੋਰਦਾਰ ਸਮਰਥਨ ਕੀਤਾ ਸੀ, ਪਰ ਬਦਕਿਸਮਤੀ ਨਾਲ ਚੀਫ ਖਾਲਸਾ ਦੀਵਾਨ, ਜਿਸ ਨੇ ਸਿੱਖਾਂ ਦੇ ਕੌਮੀਕਰਨ ਦੀ ਮੁਹਿੰਮ ਵਿੱਢ ਦਿੱਤੀ ਤੇ ਅਸਰ ਹੇਠ ਛੇਤੀ ਹੀ ਕਾਲਜ ਦੀ ਸੁਰ ਵਿਗੜ ਗਈ।
ਇਸ ਦੀਆਂ ਕੌਂਸਲਾਂ ਕਮੇਟੀਆਂ ਅੰਦਰ ਬੇਲੋੜਾ ਰਾਜਸੀ ਪੱਖਪਾਤੀ ਝੁਕਾਅ ਪੈਦਾ ਹੋ ਗਿਆ। ਅਖੀਰ ਵਿੱਚ ਪੰਜਾਬ ਸਰਕਾਰ ਨੇ ਦਖਲ ਦਿੱਤਾ ਅਤੇ 1908 ਵਿੱਚ ਨਵੀਂ ਪ੍ਰਬੰਧਕ ਕਮੇਟੀ ਨੂੰ ਮਾਨਤਾ ਦੇ ਦਿੱਤੀ, ਜਿਸ ਨਾਲ ਕਾਲਜ ਦੇ ਮਾਮਲੇ ਅੰਸ਼ਕ ਤੌਰ ਤੇ ਸਰਕਾਰੀ ਕੰਟਰੋਲ ਹੇਠ ਆ ਗਏ। ਪਰੰਤੂ ਇਸ ਕਾਰਵਾਈ ਦਾ ਸਿੱਟਾ ਕਾਮਯਾਬ ਨਾ ਹੋਇਆ। ਇਸ ਦੇ ਉਲਟ ਇਸ ਦੇ ਸਿੱਟੇ ਵਜੋਂ ਫਸਾਦੀ ਭਾਵਨਾਵਾਂ ਸਗੋਂ ਹੋਰ ਪ੍ਰਚੰਡ ਹੋ ਗਈਆਂ, ਜਿਸ ਨਾਲ ਇੱਕ ਸੁਰਤਾ ਤੇ ਸੰਮਤੀਸ਼ੁਦਾ ਉੱਨਤੀ ਅਸੰਭਵ ਹੋ ਗਈ। ਇਹ ਕਲਪਨਾ ਕਰਨੀ ਅਸੰਭਵ ਹੈ ਕਿ 2 ਜਾਂ 3 ਬਰਤਾਨਵੀ ਅਧਿਕਾਰੀਆਂ ਨੂੰ ਕਮੇਟੀ ਵਿੱਚ ਸ਼ਾਮਲ ਕਰ ਲੈਣ ਨਾਲ, ਜਿਸ ਵਿੱਚ ਵਿਰੋਧੀ ਪੱਖ ਦੇ ਘਾਗ ਸਿਆਸਤਦਾਨ, ਚਲਾਕ ਵਕੀਲਾਂ ਤੇ ਬਰਿਸ਼ਟਾਂ ਸਮੇਤ ਸ਼ਾਮਲ ਹਨ, ਉਹ ਨਿਸ਼ਾਨੇ ਹਾਸਲ ਕਰ ਲਏ ਜਾਣਗੇ ਜਿਨ੍ਹਾਂ ਦੇ ਵਾਸਤੇ ਕਾਲਜ ਸਥਾਪਿਤ ਕੀਤਾ ਗਿਆ ਸੀ। ਇਹ ਸਿਰਫ ਤਾਂ ਹੀ ਹੋ ਸਕਦਾ ਹੈ ਜੇਕਰ ਕਾਲਜ ਨੂੰ ਠੀਕ ਲੀਹਾਂ ਉੱਤੇ ਚਲਾਇਆ ਜਾਵੇ, ਮੁੱਖ ਤੌਰ ਤੇ ਅਸਲੀ ਸਿੱਖ ਲੀਡਰਾਂ ਯਾਨੀ ਕਿ ਸਿੱਖ ਰਿਆਸਤਾਂ ਦੇ ਮੁਖੀਆਂ ਦੀ ਅਗਵਾਈ ਹੇਠ ਚਲਾਇਆ ਜਾਵੇ। ਮੇਰਾ ਵਿਸ਼ਵਾਸ ਹੈ ਕਿ ਸਿੱਖਾਂ ਦੇ ਪ੍ਰਭਾਵਸ਼ਾਲੀ ਧੜੇ ਨੇ ਇਹੀ ਸੁਝਾਅ ਦਿੱਤਾ ਸੀ, ਪਰ ਬਗਾਵਤ ਕਰਨ ਤੇ ਉਤਾਰੂ ਵਿਅਕਤੀਆਂ ਦਾ ਮੰਨਣਾ ਹੈ ਕਿ ਇਹ ਕੰਮ BA ਤੇ MA ਵਾਲੇ ਹੀ ਕਰ ਸਕਦੇ ਹਨ। ਇਹਨਾਂ ਲੋਕਾਂ ਦੇ ਦਿਮਾਗ ਸਿਆਸੀ ਵਿਚਾਰਾਂ ਨਾਲ ਤੁੰਨੇ ਪਏ ਹਨ ਅਤੇ ਭਾਰਤ ਦੇ ਜ਼ਿਆਦਾਤਰ ਪੜ੍ਹੇ ਲਿਖੇ ਵਰਗ ਵਾਂਗੂ ਇਹਨਾਂ ਉੱਤੇ ਵੀ ਤਾਜ਼ਾ ਤਰੀਨ ਬਰਤਾਨਵੀ ਵਿਰੋਧੀ ਭਾਵਨਾਵਾਂ ਦਾ ਰੰਗ ਚੜ੍ਹ ਗਿਆ ਹੈ। ਉਹਨਾਂ ਦੀ ਦਵੈਕ ਤੇ ਸਾਜ਼ਿਸ਼ਾਂ ਦੀ ਬਦੌਲਤ ਕਾਲਜ ਦੀ ਭਰੋਸੇਯੋਗ ਪ੍ਰਬੰਧਕੀ ਸੰਸਥਾ ਕਾਇਮ ਕਰਨ ਦੇ ਸਾਰੇ ਯਤਨ ਨਾਕਾਮ ਹੋ ਗਏ ਹਨ। ਹੁਣ ਸਮਾਂ ਹੈ ਜਦੋਂ ਸਰਕਾਰ ਅਸਰਦਾਰ ਕਾਰਵਾਈ ਕਰ ਸਕਦੀ ਹੈ, ਇਤਰਾਜ਼ਯੋਗ ਸਿਆਸਤਦਾਨਾਂ ਦੇ ਭਾਰੂ ਪ੍ਰਭਾਵ ਤੋਂ ਨਿਜਾਤ ਪਾ ਸਕਦੀ ਹੈ ਅਤੇ ਇਸ ਗੱਲ ਉੱਤੇ ਅੜ ਸਕਦੀ ਹੈ ਕਿ ਕਮੇਟੀ ਦੀ ਪ੍ਰਧਾਨਗੀ ਸਰਕਾਰ ਦੇ ਵਫਾਦਾਰ ਰਿਆਸਤੀ ਮੁਖੀਆਂ ਦੇ ਹਵਾਲੇ ਕੀਤੀ ਜਾਵੇ। ਇਹਨਾਂ ਰਿਆਸਤੀ ਮੁਖੀਆਂ ਨੂੰ ਹੀ ਵਿਦਿਆ ਮਹਿਕਮਾ ਠੀਕ ਦਿਸ਼ਾ ਵਿੱਚ ਸੇਧ ਦੇ ਸਕਦਾ ਹੈ। ਇਸ ਢੰਗ ਨਾਲ ਤੇ ਕੇਵਲ ਇਸ ਢੰਗ ਨਾਲ ਹੀ ਸਰਕਾਰੀ ਵਿਦਿਆ ਦੀ ਵਫਾਦਾਰੀ ਤੇ ਪਰੰਪਰਾ ਕਾਇਮ ਰੱਖੀ ਜਾ ਸਕਦੀ ਹੈ। ਚੀਫ ਖਾਲਸਾ ਦੀਵਾਨ ਤੇ ਸਿੱਖ ਐਜੂਕੇਸ਼ਨ ਕਾਨਫਰੰਸ ਅਜਿਹੇ ਮਜ਼ਮੂਨ ਹਨ ਜਿਨ੍ਹਾਂ ਵੱਲ ਸਰਕਾਰ ਨੂੰ ਫੌਰੀ ਧਿਆਨ ਦੇਣਾ ਬਣਦਾ ਹੈ। ਖਾਲਸਾ ਕਾਲਜ ਦੇ ਵਿਗੜੇ ਮਾਹੌਲ ਲਈ ਚੀਫ ਖਾਲਸਾ ਦੀਵਾਨ ਨੂੰ ਮੁੱਖ ਤੌਰ ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਅਤੇ ਇਹੀ ਸ਼ਾਇਦ ਸਿੱਖ ਐਜੂਕੇਸ਼ਨਲ ਕਾਨਫਰੰਸ ਦੀ ਨੀਤੀ ਨਿਰਧਾਰਤ ਕਰਦਾ ਹੈ। ਸਿੱਖ ਐਜੂਕੇਸ਼ਨਲ ਕਾਨਫਰੰਸ ਮੁੱਢਲੀ ਵਿਦਿਆ ਨੂੰ ਧਰਮਦਾਨ ਦਾ ਕਾਰਜ ਬਣਾਉਣ, ਅਰਥਾਤ ਇਸ ਨੂੰ ਪੂਰੀ ਤਰ੍ਹਾਂ ਮੁਕਤ ਕਰ ਦੇਣ ਤੇ ਸਰਕਾਰੀ ਕੰਟਰੋਲ ਤੋਂ ਮੁਕਤ ਕਰਨ ਦਾ ਮਨੋਰਥ ਰੱਖਦੀ ਹੈ। ਕਮੇਟੀ ਨੇ ਇਸ ਮੰਤਵ ਲਈ ਪਹਿਲਾਂ ਹੀ ਭਾਰੀ ਰਕਮ ਇਕੱਠੀ ਕਰ ਲਈ ਹੋਈ ਹੈ ਅਤੇ ਚੰਦੇ ਲਗਾਤਾਰ ਆਈ ਜਾ ਰਹੇ ਹਨ। ਇਹ ਬੇਹੱਦ ਮਹੱਤਵਪੂਰਨ ਹੈ ਕਿ ਸਿੱਖਿਆ ਮਹਿਕਮਾ ਇਸ ਅੰਦੋਲਨ ਉੱਤੇ ਕਾਬੂ ਪਾਏ ਅਤੇ ਬਾਗੀਨੁਮਾ ਅਨਸਰਾਂ ਨੂੰ ਪਰੇ ਰੱਖੇ। ਭਾਰਤੀ ਫੌਜ ਅੰਦਰ 33,000 ਦੇ ਕਰੀਬ ਸਿੱਖ ਹਨ। ਅਮਲੀ ਤੌਰ ਤੇ ਇਹਨਾਂ ਚੋਂ ਸਾਰੇ ਹੀ ਅਨਪੜ੍ਹੇ ਛੋਕਰੇ ਹਨ ਅਤੇ ਉਹ ਜਿਹੜੀ ਵੀ ਸਿੱਖਿਆ ਹਾਸਲ ਕਰ ਰਹੇ ਹਨ ਉਹ ਭਾਰਤੀ ਰੈਜੀਮੈਂਟਾਂ ਦੇ ਨਿਰੋਗ ਵਾਤਾਵਰਣ ਤੇ ਚੁਗਿਰਦੇ ਵਿੱਚ ਹਾਸਲ ਕਰ ਰਹੇ ਹਨ। ਨਤੀਜਾ ਇਹ ਹੈ ਕਿ ਸਾਡੇ ਸਿੱਖ ਸਿਪਾਹੀ ਇੱਕ ਵਰਗ ਦੇ ਤੌਰ ਤੇ ਰਾਜ ਦੇ ਵਫਾਦਾਰ ਤੇ ਭਰੋਸੇਮੰਦ ਹਨ। ਰਾਸ਼ਟਰਵਾਦੀ ਬਿਰਤਾਂਤ ਅੰਦਰ ਚੀਫ ਖਾਲਸਾ ਦੀਵਾਨ ਨੂੰ ਪੱਖਪਾਤੀ ਢੰਗ ਨਾਲ ਅੰਗਰੇਜ਼ਾਂ ਦੀ ਪਿੱਠੂ ਸੰਸਥਾ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਪਰੰਤੂ ਭਾਰਤੀ ਫੌਜ ਦੇ ਕਮਾਂਡਰ ਇਨ ਚੀਫ ਦੇ ਉਪਰੋਕਤ ਵਿਚਾਰਾਂ ਤੋਂ ਪਤਾ ਚੱਲਦਾ ਹੈ ਕਿ ਅੰਗਰੇਜ਼ ਸਰਕਾਰ ਚੀਫ ਖਾਲਸਾ ਦੀਵਾਨ ਦੀਆਂ ਵਿਦਿਅਕ ਸਰਗਰਮੀਆਂ ਨੂੰ ਕਿੰਨੀ ਸ਼ੱਕ ਤੇ ਚਿੰਤਾ ਦੀ ਨਜ਼ਰ ਨਾਲ ਦੇਖ ਰਹੀ ਸੀ ਅਤੇ ਇਸ ਦੀ ਤੁਲਨਾ ਵਿੱਚ ਸਿੱਖ ਰਿਆਸਤਾਂ ਦੇ ਮੁਖੀਆਂ ਦੀ ਸਰਕਾਰ ਭਗਤੀ ਉੱਤੇ ਪੂਰਨ ਭਰੋਸਾ ਪ੍ਰਗਟਾ ਰਹੀ ਸੀ। ਭਾਈ ਕਰਤਾਰ ਸਿੰਘ ਸਰਾਭਾ ਨੇ ਪੰਜਾਬੀ ਗਦਰ ਦੇ ਪਹਿਲੇ ਹੀ ਅੰਕ ਵਿੱਚ ਮਹਾਰਾਜਾ ਪਟਿਆਲਾ ਵੱਲੋਂ ਇੱਕ ਖਾਲਸਾ ਸਕੂਲ ਨੂੰ 10,000 ਰੁਪਏ ਦਾ ਦਾਨ ਦੇਣ ਉੱਤੇ ਪੜਚੋਲਵੀਂ ਟਿੱਪਣੀ ਛਾਪੀ ਸੀ, ਜਿਸ ਤੋਂ ਗਦਰੀ ਆਗੂਆਂ ਦੀ ਤੀਖਣ ਰਾਜਸੀ ਅੰਤਰਦ੍ਰਿਸ਼ਟੀ ਅਤੇ ਵਿਦਿਆ ਬਾਰੇ ਦਰੁਸਤ ਕੌਮੀ ਨਜ਼ਰੀਏ ਦੀ ਪੁਸ਼ਟੀ ਹੁੰਦੀ ਹੈ। ਟਿੱਪਣੀ ਵਿੱਚ ਮਹਾਰਾਜਾ ਪਟਿਆਲੇ ਦੇ ਦਾਨ ਨੂੰ ਇਸ ਤਰੀਕੇ ਨਾਲ ਗਲਤ ਠਹਿਰਾਇਆ ਗਿਆ ਸੀ। ਮਹਾਰਾਜਾ ਪਟਿਆਲੇ ਨੇ ਹੁਣ ਇੱਕ ਖਾਲਸਾ ਸਕੂਲ ਨੂੰ 10,000 ਰੁਪਏ ਦਾ ਦਾਨ ਦਿੱਤਾ ਹੈ। ਮਹਾਰਾਜੇ ਦਾ ਦਿਲ ਤਾਂ ਨੇਕ ਸੀ, ਪਰ ਅਕਲ ਕਮ ਰਹੀ। ਖਾਲਸਾ ਸਕੂਲ ਸਰਕਾਰੀ ਯੂਨੀਵਰਸਿਟੀ ਦੇ ਹੇਠ ਹੈ। ਸਰਕਾਰੀ ਇਮਤਿਹਾਨ ਦਿੱਤੇ ਜਾਂਦੇ ਹਨ
ਸਰਕਾਰੀ ਕਿਤਾਬਾਂ ਉੱਥੇ ਪੜ੍ਹਾਈਆਂ ਜਾਂਦੀਆਂ ਹਨ। ਹੋਰ ਸਰਕਾਰੀ ਹੁਕਮ ਤੇ ਚੱਲਣਾ ਪੈਂਦਾ ਹੈ। ਇੱਕ ਨਾਉ ਖਾਲਸਾ ਸਕੂਲ ਹੈ। ਇਹਨਾਂ ਸਰਕਾਰੀ ਸਕੂਲਾਂ ਤੋਂ ਸਾਡੇ ਮੁਲਕ ਨੂੰ ਕੁਝ ਫਾਇਦਾ ਨਹੀਂ ਹੈ। ਜੇ ਰੁਪਇਆ ਦਿੱਤਾ ਜਾਵੇ ਤਾਂ ਕੌਮੀ ਸਕੂਲਾਂ ਨੂੰ ਦੇਣਾ ਚਾਹੀਦਾ ਹੈ, ਜਿਹੜੇ ਆਜ਼ਾਦੀ ਦੀ ਸਿੱਖਿਆ ਦੇਣ ਅਤੇ ਸਾਡੇ ਭਾਈਆਂ ਦੇ ਹੱਥਾਂ ਵਿੱਚ ਹੋਵਣ ਅਤੇ ਜਿਨ੍ਹਾਂ ਵਿੱਚ ਗੌਰਮੈਂਟ ਦਾ ਦਖਲ ਨਾ ਹੋਵੇ। ਆਪਣੇ ਪੈਸੇ ਨਾਲ ਅੰਗਰੇਜ਼ਾਂ ਦੇ ਕੰਮ ਬਣਾਉਣੇ ਕੋਈ ਅਕਲਮੰਦੀ ਨਹੀਂ। ਮਹਾਰਾਜੇ ਨੂੰ ਦੂਜਿਆਂ ਲਈ ਸਕੂਲ ਖੁਲਵਾ ਕੇ ਅੱਛੀ ਵਿਦਿਆ ਦੇਣੀ ਚਾਹੀਦੀ ਹੈ। ਇਸ ਤੋਂ ਅਗਲੇ ਅੰਕ ਵਿੱਚ ਫਿਰ ਖਾਲਸਾ ਕਾਲਜ ਬਾਰੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਉਡਵਾਇਰ ਦੇ ਇੱਕ ਬਿਆਨ ਨੂੰ ਆਧਾਰ ਬਣਾ ਕੇ ਸਿੱਖਾਂ ਦੇ ਵਿਦਿਆ ਅਸਥਾਨ ਉੱਤੇ ਅੰਗਰੇਜ਼ਾਂ ਦੇ ਗਲਬੇ ਦੀ ਹਕੀਕਤ ਦਰਸਾਈ ਗਈ ਅਤੇ ਅੰਗਰੇਜ਼ਾਂ ਦੀ ਗੁਲਾਮੀ ਕਬੂਲ ਕਰਨ ਵਾਲੇ ਸਿੱਖ ਪਤਵੰਤਿਆਂ ਦੀ ਲਾਹ-ਪਾ ਕੀਤੀ ਗਈ। ਗਦਰੀ ਪ੍ਰਾਪੇਗੰਡੇ ਵਿੱਚ ਭਾਰਤ ਦੇ ਗਵਰਨਰ ਜਨਰਲ ਵਾਇਸਰਾਏ ਨੂੰ ਨਫ਼ਰਤ ਨਾਲ ਵੱਡਾ ਡਾਕੂ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ। ਇਸੇ ਤਰੀਕੇ ਨਾਲ ਪੰਜਾਬ ਦੇ ਲੈਫਟੀਨੈਂਟ ਗਵਰਨਰ ਨੂੰ ਛੋਟਾ ਡਾਕੂ ਕਿਹਾ ਗਿਆ ਅਤੇ ਉਸ ਵੱਲੋਂ ਕੀਤੇ ਬਕਵਾਸ ਦਾ ਇਸ ਤਰ੍ਹਾਂ ਜਵਾਬ ਦਿੱਤਾ ਗਿਆ। ਥੋੜਾ ਚਿਰ ਹੋਇਆ ਪੰਜਾਬ ਦੇ ਛੋਟੇ ਡਾਕੂ ਜਾਨੀ ਛੋਟੇ ਲਾਟ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਦੀ ਕਮੇਟੀ ਅੱਗੇ ਬਕਵਾਸ ਕੀਤਾ, ਜਿਸ ਵਿੱਚ 11 ਮਾਸ਼ੇ ਬਦਮਾਸ਼ੀ ਅਤੇ 1 ਮਾਸ਼ੇ ਬਦਜ਼ਾਤੀ ਭਰੀ ਹੋਈ ਸੀ। ਖਾਲਸਾ ਦੀਵਾਨ ਵੱਲੋਂ ਡਾਕੂ ਦੀ ਆਓ ਭਗਤ ਕੀਤੀ ਗਈ। ਸਿੱਖਾਂ ਦੇ ਆਗੂਆਂ ਨੇ ਅੱਗੇ ਵੱਧ ਕੇ ਧੰਨਵਾਦ ਕੀਤਾ। ਵਿਚਾਰ ਕਰੋ, ਸਿੰਘਾਂ ਵੱਲੋਂ ਅੰਗਰੇਜ਼ ਜ਼ਾਲਮ ਹਾਕਮ ਦੀ ਕਿਉਂ ਆਓ ਭਗਤ ਕੀਤੀ ਗਈ। ਸਾਰੇ ਹਿੰਦੁਸਤਾਨੀ ਆਦਮੀਆਂ ਦਾ ਧਰਮ ਹੈ ਕਿ ਅਜਿਹੇ ਜ਼ਾਲਮਾਂ ਨੂੰ ਮਾਰ-ਮਾਰ ਕੇ ਕੱਢ ਦਿੱਤਾ ਜਾਵੇ, ਨਾ ਕਿ ਆਓ ਭਗਤ ਕੀਤਾ ਜਾਵੇ। ਜੋ ਆਪਣਾ ਪੇਟ ਭਰਨ ਵਾਲੇ ਤੇ ਡਰਾਕਲ ਆਗੂ ਇਸ ਤਰ੍ਹਾਂ ਕਰਦੇ ਹਨ, ਉਹਨਾਂ ਦੇ ਪਿੱਛੇ ਨਹੀਂ ਚੱਲਣਾ ਚਾਹੀਦਾ। ਜਿਹੜੇ ਸਭਾ, ਅੰਜੁਮਨ, ਦੀਵਾਨ ਜਾਂ ਸਮਾਜ ਅੰਗਰੇਜ਼ਾਂ ਦੀ ਇੱਜ਼ਤ ਕਰਨ ਦਾ ਪਾਪ ਕਰਦੇ ਹਨ, ਕੌਮ ਵੱਲੋਂ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਅਸਲ ਵਿੱਚ ਹੋਰ ਆਗੂ ਤਾਂ ਅੰਗਰੇਜ਼ਾਂ ਨੂੰ ਬੁਰਾ ਸਮਝਦੇ ਹਨ, ਪਰ ਥੋੜੇ ਆਗੂ ਖਿਤਾਬ ਤੇ ਅਸਾਮੀਆਂ ਦੇ ਲਾਲਚ ਵਿੱਚ ਹਾਕਮਾਂ ਦੀ ਖੁਸ਼ਾਮਦ ਕਰਨ ਦਾ ਰਾਗ ਤੋਰ ਦਿੰਦੇ ਹਨ। ਹੋਰ ਛੋਟੇ ਡਾਕੂ ਨੇ ਬਕਵਾਸ ਕੀਤਾ ਕਿ ਖਾਲਸਾ ਕਾਲਜ ਹੈ ਤੇ ਇਸ ਨੂੰ ਅੱਛੀ ਤਰ੍ਹਾਂ ਚਲਾਉਣਾ ਚਾਹੀਦਾ ਹੈ, ਪਰ ਅਸੀਂ ਨਹੀਂ ਜਾਣਦੇ ਕਿ ਖਾਲਸਾ ਕਾਲਜ ਕਿਸ ਤਰ੍ਹਾਂ ਸਿੱਖਾਂ ਦਾ ਕਾਲਜ ਹੈ। ਇਹ ਕਾਲਜ ਸਰਕਾਰੀ ਯੂਨੀਵਰਸਿਟੀ ਦੇ ਮੁਤਲਕ ਹੈ। ਸਰਕਾਰੀ ਯੂਨੀਵਰਸਿਟੀ ਦੀਆਂ ਡਿਗਰੀਆਂ ਦੀ ਖਾਤਰ ਵਿਦਿਆਰਥੀ ਤਿਆਰ ਕੀਤੇ ਜਾਂਦੇ ਹਨ। ਕਾਲਜ ਦੀਆਂ ਪਸੰਦ ਕੀਤੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਹਨ। ਬਸ ਹੁਣ ਇਸ ਨੂੰ ਕਿਸੇ ਤਰ੍ਹਾਂ ਸਿੱਖਾਂ ਦਾ ਕਾਲਜ ਨਹੀਂ ਕਹਿ ਸਕਦੇ। ਫਿਰ ਕਾਲਜ ਦਾ ਪ੍ਰਿੰਸੀਪਲ ਅੰਗਰੇਜ਼ ਹੈ। ਅਸੀਂ ਪੁੱਛਦੇ ਹਾਂ ਕਿ ਇੰਤਜ਼ਾਮੀ ਕਮੇਟੀ ਕਿਸੇ ਲਾਇਕ ਸਿੱਖ ਨੂੰ ਪ੍ਰਿੰਸੀਪਲ ਕਿਉਂ ਨਹੀਂ ਬਣਾਉਂਦੀ? ਅੰਗਰੇਜ਼ ਦਾ ਬੱਚਾ ਕਿਉਂ ਪ੍ਰਿੰਸੀਪਲ ਹੈ? ਅਫਸੋਸ ਹੈ ਕਿ ਸਿੱਖਾਂ ਦੇ ਬੜੇ-ਬੜੇ ਵਿਦਵਾਨ ਤੇ ਧਰਮਾਤਮਾ ਭਾਈ ਜੋਧ ਸਿੰਘ ਵਰਗੇ ਖਾਲਸਾ ਕਾਲਜ ਵਿੱਚ ਅੰਗਰੇਜ਼ ਪ੍ਰਿੰਸੀਪਲ ਦੇ ਹੇਠ ਬੇਇੱਜ਼ਤੀ ਨਾਲ ਰਹਿੰਦੇ ਹਨ। ਇਸ ਤਰ੍ਹਾਂ ਸਿੱਖ ਜਵਾਨ ਅੰਗਰੇਜ਼ਾਂ ਦੇ ਨੌਕਰ ਬਣ ਜਾਂਦੇ ਹਨ। ਖਾਲਸਾ ਕਾਲਜ ਸਿੱਖਾਂ ਦਾ ਆਪਣਾ ਕਾਲਜ ਨਹੀਂ ਹੈ। ਗੌਰਮੈਂਟ ਨੇ ਇਸ ਲਈ ਬਣਵਾਇਆ ਹੈ ਕਿ ਪੜ੍ਹੇ ਹੋਏ ਸਿੱਖਾਂ ਨੂੰ ਆਪਣੇ ਹੱਥ ਵਿੱਚ ਰੱਖਣ ਅਤੇ ਉਹਨਾਂ ਦੇ ਦਿਲ ਤੇ ਦਿਮਾਗ ਨੂੰ ਗੁਲਾਮੀ ਦੇ ਰੰਗ ਵਿੱਚ ਰੰਗਿਆ ਜਾਵੇ। ਸਿੱਖਾਂ ਨੂੰ ਚਾਹੀਦਾ ਹੈ ਕਿ ਇਸ ਕਾਲਜ ਨੂੰ ਛੇਤੀ ਗੌਰਮੈਂਟ ਦੇ ਜਾਲ ਵਿੱਚੋਂ ਕੱਢ ਲੈਣ। ਉਪਰੋਕਤ ਲੇਖਾਂ ਤੇ ਟਿੱਪਣੀਆਂ ਤੋਂ ਇਲਾਵਾ ਗਦਰੀ ਸਿੱਖਾਂ ਨੇ ਅੰਗਰੇਜ਼ ਹਕੂਮਤ ਦੀ ਸਿੱਖਾਂ ਦੇ ਧਾਰਮਿਕ ਤੇ ਵਿਦਿਅਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਵਿਰੁੱਧ ਆਪਣੇ ਦਿਲੀ ਵਲਵਲੇ ਕਵਿਤਾਵਾਂ ਦੇ ਰੂਪ ਵਿੱਚ ਇਸ ਕਦਰ ਪ੍ਰਗਟਾਏ ਹਨ। ਕਾਲਜ ਖਾਲਸਾ ਤਾਈਂ ਸਮੇਟਣੇ ਨੂੰ ਹੱਥ ਢੰਗ ਦੇ ਨਾਲ ਇਹਨਾਂ ਪਾਇਆ ਸੀ, ਦੇਣ ਸਿੱਖਿਆ ਉਲਟੀ ਇਹ ਬੱਚਿਆਂ ਨੂੰ ਇਹਨਾਂ ਨਵਾਂ ਹੀ ਢੰਗ ਅਪਣਾਇਆ ਜੀ। ਬਾਬਾ ਵਿਸਾਖਾ ਸਿੰਘ। ਅਸੀਂ ਨਾਮ ਦੇ ਸਿੰਘ ਸਦਾਵਦੇ ਹਾਂ, ਭੈੜੀ ਗਿੱਦੜਾਂ ਤੋਂ ਸਾਡੀ ਚਾਲ ਸਿੰਘੋ। ਸਿੰਘ ਨਾਮ ਤਰੀਕ ਦੀ ਲਾਜ ਰੱਖੋ, ਭਾਰਤ ਵਰਸ਼ ਤੇ ਖੇਡੋ ਗੁਲਾਲ ਸਿੰਘੋ। ਕਾਲਜ ਖਾਲਸਾ ਜਿਹੜਾ ਤਿਆਰ ਕੀਤਾ, ਗੋਰੇ ਬਾਂਦਰਾਂ ਲਿਆ ਸੰਭਾਲ ਸਿੰਘੋ। ਸੁੰਦਰ ਸਿੰਘ ਮਜੀਠੀਏ ਨਾਸ ਕੀਤਾ, ਭੈੜੀ ਚੱਲਿਆ ਚਾਲ ਚੰਡਾਲ ਸਿੰਘੋ। 11ਵੀਂ ਬੈਂਤ ਗਦਰ 17 ਮਾਰਚ 1914। ਭਾਈ ਬਲਵੰਤ ਸਿੰਘ ਜੀ ਖੁਰਦਪੁਰ ਨੇ 5 ਅਕਤੂਬਰ 1913 ਨੂੰ ਲਾਇਲਪੁਰ ਵਿਖੇ ਖਾਲਸਾ ਧਰਮਸ਼ਾਲਾ ਵਿੱਚ ਸਿੱਖਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅੰਗਰੇਜ਼ ਹਾਕਮਾਂ ਦੇ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਆਪਣੇ ਕੰਟਰੋਲ ਹੇਠ ਲੈਣ ਦੇ ਕੋਝੇ ਯਤਨਾਂ ਦੀ ਕਰੜੇ ਲਫ਼ਜ਼ਾਂ ਵਿੱਚ ਨਿੰਦਿਆ ਕੀਤੀ ਸੀ ਅਤੇ ਸਿੱਖ ਕੌਮ ਨੂੰ
ਇਸ ਧੱਕੇਸ਼ਾਹੀ ਵਿਰੁੱਧ ਡਟ ਜਾਣ ਦਾ ਸੱਦਾ ਦਿੱਤਾ ਸੀ। ਉਹਨਾਂ ਨੇ ਵਿਦਿਆ ਦੇ ਖੇਤਰ ਵਿੱਚ ਦੂਜੀਆਂ ਕੌਮਾਂ ਦੇ ਮੁਕਾਬਲੇ ਸਿੱਖ ਕੌਮ ਦੇ ਬੁਰੀ ਤਰ੍ਹਾਂ ਪਛੜ ਜਾਣ ਉੱਤੇ ਡੂੰਘਾ ਅਫਸੋਸ ਜ਼ਾਹਰ ਕਰਦਿਆਂ ਬਹੁਤ ਹੀ ਦੁੱਖ ਭਰੇ ਲਹਿਜੇ ਵਿੱਚ ਕਿਹਾ ਸੀ ਕਿ ਜੇ ਖਾਲਸਾ ਜੀ ਅੱਜ ਇਸੇ ਘੜੀ ਤੋਂ ਇੱਕ ਆਜ਼ਾਦ ਕਾਲਜ ਬਣਾਉਣਾ ਸ਼ੁਰੂ ਕਰ ਦੇਣ ਤਾਂ ਵੀ ਭਾਰਤ ਵਰਸ਼ ਦੀਆਂ ਦੂਸਰੀਆਂ ਕੌਮਾਂ ਨਾਲੋਂ 50 ਸਾਲ ਪਿੱਛੇ ਹੋਣਗੇ। ਇਸ ਤੋਂ 7 ਸਾਲਾਂ ਬਾਅਦ ਜਦੋਂ ਭਾਈ ਬਲਵੰਤ ਸਿੰਘ ਜੀ ਨੂੰ ਸ਼ਹੀਦ ਹੋਏ 5 ਸਾਲ ਗੁਜ਼ਰ ਗਏ ਸਨ, ਲਾਹੌਰ ਤੋਂ ਛਪਦੇ ਅਕਾਲੀ ਅਖਬਾਰ ਨੇ ਆਪਣੇ ਸੰਪਾਦਕੀ ਲੇਖ ਵਿੱਚ ਭਾਈ ਸਾਹਿਬ ਦੇ ਉਪਰੋਕਤ ਬਚਨਾਂ ਦੀ ਗੂੜ ਮਹੱਤਤਾ ਉਜਾਗਰ ਕਰਦਿਆਂ ਇਹ ਭਾਵਪੂਰਤ ਸ਼ਬਦ ਲਿਖੇ ਸਨ। ਉਸ ਸ਼ਹੀਦ ਵੀਰ ਦੇ ਇਹ ਸ਼ਬਦ ਸੋਨੇ ਵਿੱਚ ਲਿਖੇ ਜਾਣ ਵਾਲੇ ਹਨ। ਅਕਾਲੀ ਅਖਬਾਰ ਨੇ ਸਮਕਾਲੀ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਦ੍ਰਿੜ ਲਹਿਜੇ ਵਿੱਚ ਕਿਹਾ ਸੀ ਕਿ ਸਾਡੇ ਵਾਸਤੇ ਕਾਲਜ ਦਾ ਸਵਾਲ ਇੱਕ ਮੌਤ ਅਤੇ ਜ਼ਿੰਦਗੀ ਦਾ ਸਵਾਲ ਹੈ। ਉਹ ਜਗ੍ਹਾ ਜਿੱਥੋਂ ਕੌਮ ਦੇ ਨੌਜਵਾਨ ਆਪਣੇ ਕੌਮੀ ਵਲਵਲਿਆਂ ਅਤੇ ਕੌਮੀ ਤਹਿਜ਼ੀਬ ਨੂੰ ਬਾਹਰ ਦੁਨੀਆ ਤੱਕ ਲੈ ਜਾਣਗੇ, ਉਹ ਵੀ ਬੜੀ ਉੱਚੀ ਤੇ ਪਵਿੱਤਰ ਥਾਂ ਹੈ। ਹੁਣ ਕਾਲਜ ਨੂੰ ਸੱਚੇ ਅਰਥਾਂ ਵਿੱਚ ਖਾਲਸਾ ਕਾਲਜ ਬਣਾਏ ਬਿਨਾਂ ਪੰਥ ਨੂੰ ਕੱਖ ਨਹੀਂ ਭਾਵਣਾ। ਪੰਥ ਦੀ ਥੋੜ੍ਹੀ ਜਿਹੀ ਹਿੰਮਤ ਕਾਲਜ ਨੂੰ ਆਜ਼ਾਦ ਕਰ ਦੇਵੇਗੀ ਅਤੇ ਗਫਲਤ ਅੱਗੇ ਨਾਲੋਂ ਵੀ ਵਧੇਰੇ ਭੈੜੀ ਹਾਲਤ ਬਣਾ ਦੇਵੇਗੀ। ਇਸੇ ਹੀ ਅਖਬਾਰ ਦੇ ਇੱਕ ਹੋਰ ਸੰਪਾਦਕੀ ਲੇਖ ਵਿੱਚ ਸਿੱਖ ਕੌਮ ਦੀਆਂ ਖਾਲਸਾ ਕਾਲਜ ਨਾਲ ਜੁੜੀਆਂ ਉਮੀਦਾਂ ਤੇ ਉਮੰਗਾਂ ਦਾ ਜ਼ਿਕਰ ਇੰਜ ਕੀਤਾ ਗਿਆ। ਕੌਮ ਦੇ ਮੋਹਰਿਆਂ ਨਾਲ ਜੋੜੇ ਹੋਏ ਤੇ ਲਹੂ ਦੀ ਕਮਾਈ ਨਾਲ ਇਕੱਠੇ ਕੀਤੇ ਹੋਏ ਰੁਪਏ ਨਾਲ ਪਿਆਰਾ ਕਾਲਜ ਬਣਾਇਆ ਸੀ। ਕੌਮ ਨੇ ਆਪਣੀ ਧਾਰਮਿਕ ਤੇ ਵਿਦਿਅਕ ਉੱਨਤੀ ਦੀਆਂ ਆਸਾਂ ਇਸੇ ਪਾਸੋਂ ਰੱਖੀਆਂ ਸਨ। ਕੌਮ ਉਡੀਕ ਰਹੀ ਸੀ ਕਿ ਇਸ ਪਿਆਰੇ ਕਾਲਜ ਵਿੱਚੋਂ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਭਾਈ ਮਹਿਤਾਬ ਸਿੰਘ ਜੀ ਵਰਗੇ ਧਰਮੀ ਵੀਰ ਪੈਦਾ ਹੋ ਕੇ ਕੌਮ ਨੂੰ ਸੰਸਾਰ ਵਿੱਚ ਰੌਸ਼ਨ ਕਰਨਗੇ। ਪਰ ਸ਼ੋਕ, ਇਸ ਕਾਲਜ ਨੂੰ ਸਿੱਖਾਂ ਦੀਆਂ ਇਹਨਾਂ ਖਾਹਿਸ਼ਾਂ ਨੂੰ ਤਬਾਹ ਕਰਨ ਲਈ ਕੇਵਲ ਨਿਮਕ ਹਲਾਲ ਲੜਕ ਲੋਕ ਪੈਦਾ ਕਰਨ ਲਈ ਵਰਤਿਆ ਗਿਆ। ਇਸ ਤੋਂ ਸਿੱਖ ਕੌਮ ਦੇ ਤਤਕਾਲੀ ਸਰੋਕਾਰਾਂ ਦੀ ਸਪਸ਼ਟ ਝਲਕ ਮਿਲਦੀ ਹੈ ਕਿ ਉਹ ਆਪਣੀਆਂ ਵਿਦਿਅਕ ਸੰਸਥਾਵਾਂ ਤੋਂ ਕੀ ਤਵੱਕੋ ਰੱਖਦੇ ਸਨ ਅਤੇ ਇਹਨਾਂ ਦੀ ਸੁਤੰਤਰਤਾ ਬਾਰੇ ਕਿੰਨੇ ਚੇਤੰਨ ਸਨ। ਪਰੰਤੂ ਥੋੜੇ ਹੀ ਸਾਲਾਂ ਬਾਅਦ ਜਦੋਂ ਸਿੱਖ ਕੌਮ ਦੀ ਰਾਜਸੀ ਲੀਡਰਸ਼ਿਪ ਨੇ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਦੀ ਅਧੀਨਗੀ ਕਬੂਲ ਕਰ ਲਈ ਅਤੇ ਸਿੱਖ ਸੰਘਰਸ਼ ਨੂੰ ਰਾਸ਼ਟਰਵਾਦੀ ਲਹਿਰ ਦਾ ਗੌਣ ਅੰਗ ਬਣਾ ਦਿੱਤਾ, ਤਾਂ ਸਿੱਖਾਂ ਦੇ ਸਰੋਕਾਰ ਤੇ ਤਰਜੀਹਾਂ ਬਦਲ ਗਈਆਂ ਅਤੇ ਉਹਨਾਂ ਦਾ ਆਪਣੀਆਂ ਵਿਦਿਅਕ ਸੰਸਥਾਵਾਂ ਬਾਰੇ ਨਜ਼ਰੀਆ ਵੀ ਬਦਲ ਗਿਆ। ਇਸ ਨੂੰ ਭਾਰਤੀ ਰਾਸ਼ਟਰਵਾਦ ਦਾ ਗ੍ਰਹਿਣ ਲੱਗ ਗਿਆ। ਸਾਹਿਤਕ ਬਿੰਬਾਂ ਤੇ ਰੂਪਕਾਂ ਦੀ ਮਹੱਤਤਾ ਕਿਸੇ ਵਰਗ ਨੂੰ ਲੜਨ ਲਈ ਪ੍ਰੇਰਿਤ ਕਰਨ ਵਾਸਤੇ ਜਿਸ ਤਰ੍ਹਾਂ ਉਸ ਵਿਸ਼ੇਸ਼ ਵਰਗ ਦੇ ਸਮਕਾਲੀ ਦੌਰ ਅੰਦਰ ਭਖੇ ਹੋਏ ਠੋਸ ਮੁੱਦੇ ਉਭਾਰਨੇ ਅਤਿ ਜ਼ਰੂਰੀ ਹੁੰਦੇ ਹਨ, ਉਵੇਂ ਹੀ ਪ੍ਰਚਾਰ ਨੂੰ ਵਧੇਰੇ ਅਸਰਦਾਰ ਬਣਾਉਣ ਲਈ ਲਿਖਤਾਂ ਅੰਦਰ ਭਾਵਕ ਰੰਗਤ ਦੇਣ ਵਾਲੇ ਉਤੇਜਕ ਸ਼ਬਦਾਂ, ਬਿੰਬ, ਪ੍ਰਤੀਕ, ਰੂਪਕ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਗੱਲ ਤੋਂ ਵੀ ਕਿਸੇ ਲਹਿਰ ਦਾ ਵਰਗ ਵਿਸ਼ੇਸ਼ ਲੱਛਣ ਪਛਾਣਿਆ ਜਾ ਸਕਦਾ ਹੈ। ਜਦੋਂ ਭਾਵਕ ਰੰਗਤ ਦੇਣ ਵਾਲੇ ਉਤੇਜਕ ਸ਼ਬਦ ਬਾਰ-ਬਾਰ ਦੁਹਰਾਏ ਜਾਂਦੇ ਹਨ, ਉਹ ਅਚੇਤਨ ਵਿੱਚੋਂ ਦੱਬੀਆਂ ਇਛਾਵਾਂ, ਪ੍ਰਵਿਰਤੀਆਂ ਤੇ ਭਾਵਨਾਵਾਂ ਨੂੰ ਅਸ਼ੋਪਲੇ ਹੀ ਛੇੜ ਦਿੰਦੇ ਹਨ। ਗਦਰੀਆਂ ਨੇ ਦੱਬੀਆਂ ਸੁੱਤੀਆਂ ਪਈਆਂ ਭਾਵਨਾਵਾਂ ਨੂੰ ਛੇੜਨ ਲਈ ਜਿਹੜੇ ਪ੍ਰਤੀਕਾਂ ਦੀ ਵਰਤੋਂ ਸਭ ਨਾਲੋਂ ਵੱਧ ਕੀਤੀ, ਇਸ ਤੋਂ ਲਹਿਰ ਦਾ ਸਿੱਖ ਪ੍ਰਧਾਨ ਲੱਛਣ ਸਾਫ਼ ਪ੍ਰਗਟ ਹੋ ਜਾਂਦਾ ਹੈ। ਡਾਕਟਰ ਕਾਰਲ ਗੁਸਾਫ ਜੁੰਗ ਅਨੁਸਾਰ ਕਲਾਤਮਕ ਬਿੰਬ ਸਮੂਹਕ ਅਚੇਤਨ ਅੰਦਰ ਆਦਮ ਰੂਪਾਂ ਦੀ ਸੂਰਤ ਵਿੱਚ ਮੌਜੂਦ ਹੁੰਦੇ ਹਨ। ਉੱਥੋਂ ਹੀ ਬਾਹਰ ਨਿਕਲ ਕੇ ਇਹ ਵੱਖ-ਵੱਖ ਰੂਪਾਂ ਵਿੱਚ ਅਭਿਵਿਅਕਤ ਹੁੰਦੇ ਹਨ। ਇਹ ਆਦਮ ਰੂਪ ਐਸੇ ਅਚੇਤ ਆਦਮ ਬਿੰਬ ਹੁੰਦੇ ਹਨ ਜੋ ਸਾਡੇ ਪਿਤਰਾਂ ਦੇ ਨਸਲੀ ਤਜਰਬੇ ਵਿੱਚ ਬਾਰ-ਬਾਰ ਦੁਹਰਾਏ ਜਾਣ ਕਾਰਨ ਸਾਡੇ ਉਸ ਮਾਨਸਿਕ ਵਿਰਸੇ ਦਾ ਭਾਗ ਬਣ ਗਏ ਹਨ ਜੋ ਸਾਡੇ ਦਿਮਾਗ ਦੀ ਬਣਤਰ ਦਾ ਅੰਗ ਹੋ ਗਏ ਹਨ। ਇਸੇ ਕਾਰਨ ਇਹ ਆਦਮ ਰੂਪ ਪੀੜ੍ਹੀਓਂ ਪੀੜ੍ਹੀ ਚਲੇ ਆਉਂਦੇ ਹਨ। ਇਹ ਮਨੁੱਖ ਦੇ ਕੇਂਦਰੀ ਅਨੁਭਵਾਂ ਦਾ ਮੁੱਢ ਕਦੀਮੀ ਸਰੂਪ ਹਨ ਤੇ ਹਰ ਉਸ ਕਲਾਤਮਕ ਸਿਰਜਣਾ ਦਾ ਮੂਲਾਧਾਰ ਬਣਦੇ ਹਨ ਜੋ ਭਾਵੁਕ ਮਹੱਤਤਾ ਦੀ ਧਾਰਨੀ ਹੁੰਦੀ ਹੈ। ਇੱਕ ਪਾਸੇ ਇਹ ਆਦਮ ਰੂਪ ਕਵੀ ਕਲਾਕਾਰ ਦੇ ਸਮੂਹਕ ਅਚੇਤਨ ਦਾ ਭਾਗ ਹੁੰਦੇ ਹਨ ਤੇ ਉੱਥੇ ਉਸ ਦੀ ਸਿਰਜਣਾ ਵਿੱਚ
ਬਿੰਬ ਰੂਪਕਾਂ ਵਿਸ਼ਿਆਂ ਦੇ ਰੂਪ ਵਿੱਚ ਪ੍ਰਗਟ ਹੁੰਦੇ ਹਨ, ਤਾਂ ਦੂਜੇ ਪਾਸੇ ਪਾਠਕ ਦੇ ਵੀ ਸਮੂਹਕ ਅਚੇਤਨ ਦਾ ਭਾਗ ਹੋਣ ਕਰਕੇ ਉਸ ਅੰਦਰ ਵੀ ਉਹ ਭਾਵੁਕ ਗਮਕਾਂ ਪੈਦਾ ਕਰਨ ਦੇ ਸਮਰੱਥ ਹੋ ਜਾਂਦੇ ਹਨ ਜੋ ਕਵੀ ਕਲਾਕਾਰ ਦੇ ਮਨ ਵਿੱਚ ਸਿਰਜਣ ਦੇ ਪਲਾਂ ਵਿੱਚ ਸਾਕਾਰ ਹੋਈਆਂ। ਡਾਕਟਰ ਨੇਕੀ ਅਨੁਸਾਰ ਸਾਹਿਤਕ ਪ੍ਰਤੀਕ ਇੱਕ ਪਾਸੇ ਤਾਂ ਸਾਡੇ ਚੇਤਨ ਜੀਵਨ ਨਾਲ ਸੰਬੰਧਿਤ ਹੁੰਦੇ ਹਨ ਤੇ ਸਾਡੀ ਨਿੱਤ ਦੀ ਜ਼ਿੰਦਗੀ ਦੇ ਅਨੁਭਵਾਂ ਉੱਪਰ ਆਧਾਰਿਤ ਹੁੰਦੇ ਹਨ, ਦੂਜੇ ਪਾਸੇ ਇਹਨਾਂ ਦਾ ਪ੍ਰਬਲ ਵਿਸਤਾਰ ਸਾਡੇ ਚੇਤਨ ਦੀਆਂ ਡੂੰਘਾਣਾਂ ਅੰਦਰ ਹੁੰਦਾ ਹੈ। ਇਹੋ ਕਾਰਨ ਹੈ ਕਿ ਕਿਸੇ ਵੀ ਪ੍ਰਤੀਕ ਦਾ ਸੰਪੂਰਨ ਅਰਥ ਉਸ ਦੇ ਅਚੇਤਨ ਸੰਬੰਧਾਂ ਦੇ ਗਿਆਨ ਵਜੋਂ ਸਮਝਿਆ ਨਹੀਂ ਜਾ ਸਕਦਾ। ਜਦ ਵੀ ਕਿਸੇ ਭਾਵ ਦਾ ਕਿਸੇ ਪ੍ਰਤੀਕ ਨਾਲ ਮੇਲ ਹੁੰਦਾ ਹੈ, ਕੋਈ ਨਾ ਕੋਈ ਆਦਮ ਬਿੰਬ ਉਡੀਕ ਵਿੱਚ ਖਲੋਤਾ ਹੁੰਦਾ ਹੈ। ਆਦਮ ਬਿੰਬਾਂ ਨਾਲ ਮਨ ਦਾ ਸੰਬੰਧ ਜੋੜੀਏ ਤਾਂ ਉਹ ਮਨ ਨੂੰ ਅਸਥਿਰਤਾ ਵਿੱਚੋਂ ਕੱਢ ਕੇ ਉਸ ਦੀਆਂ ਬੇਡੌਲ ਪ੍ਰੇਰਨਾਵਾਂ ਦਾ ਰੁਖ ਬਦਲ ਦਿੰਦੇ ਹਨ ਤੇ ਚੇਤਨਾ ਨੂੰ ਰਾਹੇ ਪਾ ਜਾਂਦੇ ਹਨ। ਜਦੋਂ ਅਸੀਂ ਗਦਰ ਪਾਰਟੀ ਦੀ ਪ੍ਰਚਾਰ ਸਮੱਗਰੀ ਉੱਤੇ ਨਜ਼ਰ ਮਾਰਦੇ ਹਾਂ ਤਾਂ ਇਸ ਅੰਦਰ ਵਰਤੇ ਗਏ ਸਾਹਿਤਕ ਪ੍ਰਤੀਕਾਂ ਦਾ ਸਿੱਖ ਖਾਸਾ ਸਵੈ ਉਜਾਗਰ ਹੋ ਜਾਂਦਾ ਹੈ। ਖੰਡਾ ਪਕੜ ਵੀਰੋ ਹੋ ਕੇ ਸਿੰਘ ਸੂਰੇ, ਦਿੰਦੇ ਜ਼ਾਲਮਾਂ ਦੀਆਂ ਸਫਾਂ ਗਾਲ ਕਿਉਂ ਨਹੀਂ, ਜੇਕਰ ਸਿੰਘ ਹਾਂ ਸਿੰਘਾਂ ਦੀ ਨਸਲ ਵਿੱਚੋਂ, ਸਾਡੇ ਵਿੱਚ ਸਿੰਘਾਂ ਵਾਲੀ ਚਾਲ ਕਿਉਂ ਨਹੀਂ, ਅੰਗ ਅੰਗ ਕੱਟੇ ਪਿਆਰੀ ਕੌਮ ਬਦਲੇ, ਝੱਲੇ ਦੁੱਖ ਤੇ ਦੁੱਖ ਕਮਾਲ ਕਿਉਂ ਨਹੀਂ, ਚੜੇ ਚਰਖੜੀਆਂ ਤੇ ਤੂੰਬੇ ਜਿਸਮ ਹੋਇਆ, ਭਾਰਤ ਵਰਸ਼ ਦੇ ਉਹ ਨੌ ਨਿਹਾਲ ਕਿਉਂ ਨਹੀਂ, ਜਿਉਂਦੀ ਜਾਨ ਖੋਪਰ ਲਾਹੇ ਸਿਰਾਂ ਉਤੋਂ, ਦਿਸਣ ਅੱਜ ਬੇਕੀਮਤੀ ਲਾਲ ਕਿਉਂ ਨਹੀਂ। ਗਦਰ 24 ਮਾਰਚ 1914। ਗਦਰ ਲਹਿਰ ਦੀ ਵਾਰਤਕ ਤੇ ਕਵਿਤਾ ਵਿੱਚ ਵਰਤੇ ਗਏ ਜ਼ਿਆਦਾਤਰ ਸੰਕੇਤ ਚਿੰਨ੍ਹ ਸਿੱਖ ਧਰਮ, ਇਤਿਹਾਸ ਤੇ ਵਿਰਸੇ ਵਿੱਚ ਗੁੜੁੱਚ ਹਨ। ਲੇਖਾਂ ਤੇ ਕਵਿਤਾਵਾਂ ਅੰਦਰ ਗੁਰੂ ਦੇ ਲਾਲਾਂ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਬਾਬਾ ਦੀਪ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀ ਵਾਲੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਆਖਰੀ ਸਿੱਖ ਮਹਾਰਾਜਾ ਦਲੀਪ ਸਿੰਘ ਆਦਿ ਨਾਵਾਂ ਦੀ ਬਿੰਬਾਂ ਦੇ ਰੂਪ ਵਿੱਚ ਵਰਤੋਂ ਆਮ ਕੀਤੀ ਗਈ ਹੈ। ਸੀਸ ਤਲੀ ਤੇ ਧਰਨ, ਬੰਦ ਕਟਵਾਉਣ, ਖੋਪਰੀਆਂ ਲਹਾਉਣ ਆਦਿ ਅਲੰਕਾਰਾਂ ਦੀ ਪਰਮਾਰ ਗਦਰੀ ਲਿਖਤਾਂ ਦਾ ਉਗੜਵਾਂ ਲੱਛਣ ਹੈ। ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ, ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।